ਹੈਲੋ ਸਟੂਡੈਂਟਸ, ਵੈਲਕਮ ਟੂ ਕੁੱਬਾ ਲਰਨੋਲ ਜੀ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਚੈਨਲ ਉੱਪਰ ਵੱਖ-ਵੱਖ ਪੇਪਰਾਂ ਦੀ ਪ੍ਰੈਪਰੇਸ਼ਨ ਕਰਦੇ ਹੋ, ਆਪਾਂ ਹਿਸਟਰੀ ਲੈਕਚਰਰ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ ਔਰ ਸਾਡਾ ਜੋ ਟੌਪਿਕ ਹੈ ਉਹ ਹੈ ਮੱਧਕਾਲ ਭਾਰਤ ਦਾ ਇਤਿਹਾਸ। ਤਾਂ ਉਹਦਾ ਆਪਾਂ ਭਾਗ ਕਰ ਰਹੇ ਹਾਂ ਅੱਜ ਦਿੱਲੀ ਸਲਤਨਤ ਕਾਲ ਜਾਂ ਸ਼ਾਸਨ ਦੀ ਵਿਵਸਥਾ ਜਾਂ ਰਾਜ ਵਿਵਸਥਾ। ਔਰ ਜਿਹੜੇ ਸਾਡੇ ਨਾਲ ਮਾਸਟਰ ਕੈਡਰ ਦੇ ਸਟੂਡੈਂਟਸ ਜੁੜੇ ਹੋਏ ਨੇ ਤਾਂ ਜੁੜੇ ਰਹਿਣ। ਅੱਗੇ ਇਸ ਤੋਂ ਆਪਾਂ ਵਰਲਡ ਹਿਸਟਰੀ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਮਾਡਰਨ ਇੰਡੀਆ ਯਾਨੀ ਕਿ ਆਧੁਨਿਕ ਭਾਰਤ ਦਾ ਇਤਿਹਾਸ ਕਰ ਚੁੱਕੇ ਹਾਂ। ਔਰ ਪੇਪਰ ਜਦੋਂ ਤੱਕ ਹਿਸਟਰੀ ਲੈਕਚਰਰ ਦਾ ਨਹੀਂ ਹੋ ਜਾਂਦਾ, ਕਲਾਸਾਂ ਜਿਹੜੀਆਂ ਨੇ ਐਵੇਂ ਕੰਟੀਨਿਊ ਲੱਗੀਆਂ ਰਹਿਣਗੀਆਂ। ਔਰ ਸਟੂਡੈਂਟਸ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਤਾਂ ਕਿ ਤੁਸੀਂ ਆਪਣੇ ਪੇਪਰ ਦੀ ਅੱਛੇ ਤਰੀਕੇ ਨਾਲ ਜਿਹੜੀ ਆ ਪ੍ਰੈਪਰੇਸ਼ਨ ਕਰ ਸਕੋ। ਔਰ ਸਟੂਡੈਂਟਸ ਜੋ ਲਾਈਵ ਨੇ ਉਹ ਸਟੂਡੈਂਟਸ ਨੂੰ ਇੱਕੋ ਹੀ ਰਿਕੁਐਸਟ ਹੈ ਕਿ ਇਸ ਵੀਡੀਓ ਦੇ ਲਿੰਕ ਨੂੰ ਵੱਧ ਤੋਂ ਵੱਧ ਆਪਣੇ WhatsApp ਗਰੁੱਪਸ ਦੇ ਵਿੱਚ ਸ਼ੇਅਰ ਕੀਤਾ ਜਾਵੇ, ਟੈਲੀਗ੍ਰਾਮ ਚੈਨਲਸ ਦੇ ਉੱਪਰ ਸ਼ੇਅਰ ਕੀਤਾ ਜਾਵੇ ਔਰ Facebook ਪੇਜਸ ਦੇ ਉੱਪਰ ਸ਼ੇਅਰ ਕੀਤਾ ਜਾਵੇ। ਬਿਲਕੁਲ ਸਟੂਡੈਂਟਸ, ਇਹ ਬਹੁਤ ਹੀ ਵਧੀਆ ਸੈਸ਼ਨ ਹੋਣ ਵਾਲਾ ਹੈ। ਗੁੱਡ ਮਾਰਨਿੰਗ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ ਭਾਈ। ਤਾਂ ਆਪਾਂ ਅੱਜ ਪੜਾਂਗੇ ਦਿੱਲੀ ਸਲਤਨਤ ਕਾਲ। ਆਪਾਂ ਦਿੱਲੀ ਦੇ ਜਿਹੜੇ ਸੁਲਤਾਨ ਸੀ ਉਹ ਸਾਰੇ ਪੜ੍ਹੇ, ਕਿਹੜੇ ਕਿਹੜੇ ਸੀ, ਚਾਹੇ ਉਹ ਦਾਸ ਵੰਸ਼ ਦੇ ਹੋਣ, ਚਾਹੇ ਖਿਲਜੀ ਵੰਸ਼ ਦੇ ਹੋਣ, ਜਾਂ ਆਪਾਂ ਤੁਗਲਕ ਵੰਸ਼ ਦੀ ਗੱਲ ਕਰ ਲਈਏ, ਔਰ ਜਾਂ ਸੈਯਦ ਵੰਸ਼ ਜਾਂ ਲੋਧੀ ਵੰਸ਼ ਦੀ ਗੱਲ ਕਰ ਲਈਏ। ਤਾਂ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਰਾਜ ਦੀ ਜਿਹੜੀ ਸ਼ਾਸਨ ਵਿਵਸਥਾ ਚੱਲਦੀ ਸੀ, ਅੱਜ ਆਪਾਂ ਉਹਦੇ ਬਾਰੇ ਜਾਣਾਂਗੇ। ਔਰ ਜਿਹੜੇ ਜਿਹੜੇ ਵਿਅਕਤੀਆਂ ਨੂੰ ਅਲੱਗ-ਅਲੱਗ ਜਿਹੜੇ ਡਿਪਾਰਟਮੈਂਟ ਦਿੱਤੇ ਗਏ ਸੀ, ਭਾਗ ਦਿੱਤੇ ਗਏ ਸੀ, ਵਿਭਾਗ ਦਿੱਤੇ ਗਏ ਸੀ, ਵੰਡੇ ਗਏ ਸੀ, ਤਾਂ ਉਹਨਾਂ ਦੇ ਬਾਰੇ ਆਪਾਂ ਡੈਪਥ ਦੇ ਨਾਲ ਜਾਣਾਂਗੇ। ਚਲੋ ਜੀ ਸਟੂਡੈਂਟਸ, ਆਪਾਂ ਅੱਜ ਦੇ ਪਹਿਲੇ ਪ੍ਰਸ਼ਨ ਦੀ ਸ਼ੁਰੂਆਤ ਕਰਦੇ ਹਾਂ। ਸਾਡੇ ਕੋਲੇ ਅੱਜ ਦਾ ਪਹਿਲਾ ਪ੍ਰਸ਼ਨ ਹੈ, ਕੇਂਦਰੀ ਪ੍ਰਸ਼ਾਸਨ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਦੱਸੋ ਜੀ, ਜਿਹੜਾ ਪੂਰਾ ਕੇਂਦਰ ਨੂੰ ਦੇਖਦਾ ਸੀ ਉਸ ਨੂੰ ਕੀ ਕਹਿੰਦੇ ਸੀਗੇ? ਰਾਜਾ, ਵਜ਼ੀਰ, ਸੁਲਤਾਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਉਸ ਨੂੰ ਕਿਹਾ ਜਾਂਦਾ ਸੀ ਜੀ ਸੁਲਤਾਨ। ਸੀ ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਏਗੀ। ਅੱਗੇ ਸਟੂਡੈਂਟਸ ਆਪਾਂ ਵਧਦੇ ਹਾਂ। ਕਿਸ ਵੰਸ਼ ਦੇ ਕਾਲ ਵਿੱਚ ਅਮੀਰਾਂ ਦੀ ਜਿਹੜੀ ਪੂਰੀ ਚੜ੍ਹਤ ਸੀ, ਮਤਲਬ ਕਿ ਚਰਮ ਦੇ ਉੱਪਰ ਸੀਗੀ, ਠੀਕ ਹੈ, ਮਤਲਬ ਇਹਨਾਂ ਦੀ ਬਹੁਤ ਜ਼ਿਆਦਾ ਵੈਲਿਊ ਸੀ। ਤਾਂ ਅਮੀਰ ਕੌਣ ਸਨ? 10 ਅਮੀਰਾਂ ਦੇ ਉੱਪਰ ਇੱਕ ਮਲਿਕ ਹੁੰਦਾ ਸੀਗਾ, ਉਹ ਤਾਂ ਤੁਹਾਨੂੰ ਪਤਾ ਹੀ ਹੋਣਾ, ਠੀਕ ਹੈ, ਮਾਲਿਕ ਜਾਂ ਮਲਿਕ ਬੋਲਦੇ ਸੀਗੇ। ਔਰ 10 ਜਿਹੜੇ ਸ਼ਿਪਾ ਸਲਾਰ ਸੀਗੇ, ਇਹਨਾਂ ਦੇ ਉੱਪਰ ਕੀ ਹੁੰਦਾ ਸੀ? ਇੱਕ ਅਮੀਰ ਹੁੰਦਾ ਸੀ। ਇਹ ਦੱਸੋ ਜੀ, ਇਹਨਾਂ ਦੀ ਜਿਹੜੀ ਚੜ੍ਹਾਈ ਆ ਉਹ ਕਦੋਂ ਪੂਰੀ ਹੁੰਦੀ ਸੀ? ਲੋਧੀ ਵੰਸ਼ 'ਚ, ਸੈਯਦ ਵੰਸ਼ 'ਚ, ਜਾਂ ਮੁਗਲ ਕਾਲ ਜਾਂ ਖਿਲਜੀ ਕਾਲ 'ਚ? ਤਾਂ ਆਪਣੇ ਕੋਲੇ ਇਹ ਆਪਸ਼ਨ ਇੱਥੇ ਬਿਲਕੁਲ ਸਹੀ ਹੋ ਜਾਏਗੀ। ਲੋਧੀ ਵੰਸ਼ ਦੇ ਵਿੱਚ ਜਿਹੜੀ ਆ ਇਹਨਾਂ ਦੀ ਪੂਰੀ ਚੜ੍ਹਤ ਸੀ। ਔਰ ਬਲਬਨ ਤੇ ਜਿਹੜਾ ਅਲਾਉਦੀਨ ਸੀ ਨਾ, ਖਿਲਜੀ, ਯਾਦ ਰੱਖ ਲਿਓ, ਬਲਬਨ ਤੇ ਅਲਾਉਦੀਨ ਖਿਲਜੀ, ਇਹਨਾਂ ਦੇ ਸਮੇਂ ਕੀ ਸੀ? ਅਮੀਰ ਜਿਹੜੇ ਨੇ ਪ੍ਰਭਾਵਹੀਨ ਹੋ ਗਏ ਸੀ, ਠੀਕ ਹੈ ਜੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ ਤੀਜਾ ਪ੍ਰਸ਼ਨ ਹੈ। ਸਟੂਡੈਂਟਸ ਕਨਸੈਂਟਰੇਟ ਹੋ ਕੇ ਪੜਨ ਬਿਲਕੁਲ, ਕਿਉਂਕਿ ਜਿਹੜੀ ਵਰਡਿੰਗ ਹੈ ਉਹ ਥੋੜੀ ਤੁਹਾਨੂੰ ਟਫ ਲੱਗੇਗੀ। ਕਾਰਨ ਕੀ ਹੈ? ਇਹਨਾਂ ਦੇ ਨਾਮ ਹੀ ਉਸ ਤਰ੍ਹਾਂ ਦੇ ਸੀਗੇ। ਘਬਰਾਉਣਾ ਨਹੀਂ ਹੈ, ਇੱਕ ਕਾਪੀ ਪੈਨ ਚੱਕ ਲਓ ਆਪਦੇ ਕੋਲ ਔਰ ਨਾਲ ਨਾਲ ਪੁਆਇੰਟ ਜਿਹੜੇ ਆ, ਫੈਕਟ ਜਿਹੜੇ ਆ ਉਹ ਲਿਖੀ ਜਾਓ, ਠੀਕ ਹੈ। ਆਪਾਂ ਜਿਹੜੀਆਂ ਆਪਸ਼ਨਸ ਵੀ ਕਲੀਅਰ ਕਰਨੀਆਂ ਕੁਐਸਚਨਾਂ ਦੇ ਨਾਲ ਨਾਲ। ਸਾਡੇ ਕੋਲੇ ਅੱਜ ਦਾ ਤੀਜਾ ਪ੍ਰਸ਼ਨ ਹੈ ਜੀ, ਸਲਤਨਤ ਕਾਲ ਵਿੱਚ ਮੰਤਰੀ ਪ੍ਰੀਸ਼ਦ ਨੂੰ ਕੀ ਕਹਿ ਕੇ ਬੁਲਾਇਆ ਜਾਂਦਾ ਸੀ? ਤਾਂ ਦੱਸੋ ਜੀ, ਜਿਹੜਾ ਮੰਤਰੀ ਪ੍ਰੀਸ਼ਦ ਹੁੰਦਾ ਸੀ, ਮੰਤਰੀਆਂ ਦਾ ਪ੍ਰੀਸ਼ਦ, ਉਸ ਨੂੰ ਕੀ ਕਿਹਾ ਜਾਂਦਾ ਸੀ? ਮੁਜਲਿਸ ਏ ਖਲਵਤ, ਮੁਜਲਿਸ ਏ ਖਾਸ, ਮੁਜਲਿਸ ਏ ਆਮ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਇਹਨਾਂ ਨੂੰ ਮਜਲਿਸ ਵੀ ਬੋਲਦੇ ਸੀ, ਠੀਕ ਹੈ। ਮੁਜਲਿਸ ਜਾਂ ਮਜਲਿਸ ਦੋਵੇਂ ਯਾਦ ਰੱਖ ਲਿਓ, ਮਜਲਿਸ ਜਾਂ ਮੁਜਲਿਸ ਵੀ ਕਹਿੰਦੇ ਸੀਗੇ, ਓਕੇ ਜੀ। ਤਾਂ ਮੰਤਰੀ ਪ੍ਰੀਸ਼ਦ ਸੀ ਜਿਹੜਾ, ਉਹਨੂੰ ਕਿਹਾ ਜਾਂਦਾ ਸੀ ਮਜਲਿਸ ਏ ਖਲਵਤ, ਠੀਕ ਹੈ ਜੀ। ਔਰ ਜਿੱਥੇ ਇਹਨਾਂ ਦੀ ਬੈਠਕ ਹੁੰਦੀ ਸੀ ਉਹ ਜਗ੍ਹਾ ਨੂੰ ਕੀ ਕਿਹਾ ਜਾਂਦਾ ਸੀ? ਮਜਲਿਸ ਏ ਖਾਸ। ਇਹ ਵੀ ਚੀਜ਼ ਤੁਸੀਂ ਯਾਦ ਰੱਖ ਸਕਦੇ ਹੋ, ਠੀਕ ਹੈ ਜੀ। ਅੱਗੇ ਸਟੂਡੈਂਟਸ ਵਧਦੇ ਆਪਾਂ ਨੂੰ ਅੱਗੇ। ਆਪਣੇ ਕੋਲੇ ਅੱਜ ਦਾ ਚੌਥਾ ਪ੍ਰਸ਼ਨ ਹੈ ਜੀ, ਸੁਲਤਾਨ ਸਾਰੇ ਦਰਬਾਰੀਆਂ, ਅਮੀਰਾਂ, ਖਾਨਾਂ ਅਤੇ ਮਾਲਿਕਾਂ ਨੂੰ ਜਾਂ ਮਲਿਕਾਂ ਨੂੰ ਬੁਲਾ ਕੇ
ਕਿੱਥੇ ਮੀਟਿੰਗ ਜਿਹੜੀ ਆ ਕਰਦਾ ਸੀ ਜਾਂ ਗੱਲਬਾਤ ਕਰਦਾ ਸੀ, ਠੀਕ ਹੈ ਜੀ, ਨਿਯੁਕਤਾ ਭੇਜਦਾ ਸੀ ਤੇ ਉੱਥੇ ਬੈਠ ਕੇ ਗੱਲਬਾਤ ਕਰਦੇ ਸੀ। ਤੋ ਜਗ੍ਹਾ ਕਿਹੜੀ ਸੀ? ਬਾਰ ਏ ਖਾਸ, ਬਾਰ ਏ ਆਜ਼ਮ, ਆਪਣੇ ਕੋਲੇ ਫਿਰ ਇੱਥੇ ਬਾਰ ਏ ਖਾਸ ਆ ਗਿਆ, ਇੱਥੇ ਆਣਾ ਸੀ ਬਾਰ ਏ ਆਮ, ਤੇ ਡੀ ਤੇ ਇਹਨਾਂ ਵਿੱਚੋਂ ਕੋਈ। ਤਾਂ ਦੇਖੋ ਜੀ, ਬਾਰ ਏ ਖਾਸ ਵਿੱਚ ਆਪਣੀ ਮੀਟਿੰਗ ਬੁਲਾਉਂਦਾ ਸੀ, ਔਰ ਜਿਹੜੇ ਉਹਦੇ ਵਿਭਾਗ ਦੇ ਜਿਹੜੇ ਹੋਰ ਕੰਮ ਰਹਿ ਜਾਂਦੇ ਸੀ ਤਾਂ ਉਹ ਕਿੱਥੇ ਬਹਿ ਕੇ ਪੂਰਾ ਕਰਦਾ ਹੁੰਦਾ ਸੀ ਕੰਮਾਂ ਨੂੰ? ਬਾਰ ਏ ਆਜ਼ਮ ਦੇ ਵਿੱਚ। ਇਹ ਚੀਜ਼ ਵੀ ਤੁਸੀਂ ਯਾਦ ਰੱਖ ਲੈਣੀ ਹੈ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 5ਵਾਂ ਪ੍ਰਸ਼ਨ ਹੈ ਜੀ, ਰਾਜਸੀ ਵਿਭਾਗ ਦੇ ਜਾਂ ਰਾਜ ਸਭ ਵਿਭਾਗ ਦੇ ਪ੍ਰਮੁੱਖ ਨੂੰ ਕੀ ਕਿਹਾ ਜਾਂਦਾ ਸੀ? ਵਜ਼ੀਰ, ਮਹਾਲੇਖਾਕਾਰ, ਮਜਮੂਆਦਾਰ ਜਾਂ ਖਜ਼ੀਨ ਕਿਹਾ ਜਾਂਦਾ ਸੀ। ਤਾਂ ਦੇਖੋ ਜੀ, ਰਾਜਸੀ ਵਿਭਾਗ ਦਾ ਜਿਹੜਾ ਪ੍ਰਮੁਖੀ ਸੀ ਇਹਨੂੰ ਪ੍ਰਧਾਨ ਮੰਤਰੀ ਵੀ ਕਹਿੰਦੇ ਸੀ। ਹੁਣ ਮੈਂ ਆਪਸ਼ਨ ਦਿੱਤੀ, ਇਹਨਾਂ ਚਾਰਾਂ ਚ ਪਈ ਆਪਸ਼ਨ ਦੱਸੋ ਕਿਹੜੀ ਹੋਊਗੀ? ਤਾਂ ਸਟੂਡੈਂਟਸ ਇਹਦੇ ਚ ਇਹ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਇਹਨੂੰ ਵਜ਼ੀਰ ਵੀ ਕਿਹਾ ਜਾਂਦਾ ਸੀਗਾ, ਠੀਕ ਹੈ ਜੀ। ਔਰ ਜਿਹੜਾ ਮਹਾਲੇਖਾਕਾਰ ਹੈ ਨਾ, ਇਹ ਕੀ ਕਰਦਾ ਸੀ? ਹੋਰ ਵਿਭਾਗਾਂ ਚੋਂ ਆਏ ਜਿਹੜੇ ਪੈਸੇ ਨੇ ਉਹਦਾ ਹਿਸਾਬ ਰੱਖਦਾ ਹੁੰਦਾ ਸੀ। ਇਹਨੂੰ ਹੋਰ ਕੀ ਕਹਿ ਕੇ ਬੁਲਾਇਆ ਜਾਂਦਾ ਸੀ? ਇਹਨੂੰ ਬੁਲਾਇਆ ਜਾਂਦਾ ਸੀ ਮੁਸ਼ਰਿਫ ਏ ਮਮਾਲਿਕ। ਇਹ ਵੀ ਯਾਦ ਰੱਖ ਲਓ। ਅੱਗੇ ਆਪਣੇ ਕੋਲੇ ਪਿਆ ਮਜਮੂਆਦਰ। ਇਹ ਕੀ ਕਰਦਾ ਸੀਗਾ? ਜਿਹੜਾ ਪੈਸਾ ਇਹਨਾਂ ਨੇ ਉਧਾਰ ਦਿੱਤਾ, ਯਾਨੀ ਕਿ ਲੋਨ ਦਿੱਤਾ ਜਾਂ ਕਰਜ਼ ਦਿੱਤਾ, ਠੀਕ ਹੈ, ਜਾਂ ਕਰਜ਼, ਤਾਂ ਉਹਦਾ ਕੀ ਸੀ? ਹਿਸਾਬ ਕਿਤਾਬ ਰੱਖਦਾ ਹੁੰਦਾ ਸੀ। ਔਰ ਜਿਹੜਾ ਖਜ਼ੀਨ ਹੁੰਦਾ ਸੀ, ਇਹ ਹੁੰਦਾ ਸੀ ਕੋਸ਼ਾਧਿਅਕਸ਼ ਜਾਂ ਕੋਸ਼ਾ ਪ੍ਰਧਾਨ ਕਹਿ ਸਕਦੇ ਆਪਾਂ, ਠੀਕ ਹੈ ਜੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 6ਵਾਂ ਪ੍ਰਸ਼ਨ ਹੈ, ਸੈਨਾ ਵਿਭਾਗ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਤਾਂ ਦੱਸੋ ਜੀ, ਜਿਹੜਾ ਸੈਨਾ ਵਿਭਾਗ ਦਾ ਜਿਹੜਾ ਮੁਖੀ ਸੀ ਉਹਨੂੰ ਕੀ ਕਹਿ ਕੇ ਬੁਲਾਇਆ ਜਾਂਦਾ ਸੀ? ਆਪਣੇ ਕੋਲੇ ਆਪਸ਼ਨਾਂ ਨੇ ਆਰਿਜ਼, ਇੱਥੇ ਨਾ ਆਰਿਜ਼ ਆਣਾ ਸੀ, ਸਿਹਾਰੀ ਪੈਣੀ ਸੀ। ਆਰਿਜ਼ ਏ ਮਮਾਲਿਕ, ਸਦਰ ਉਸ ਸਦਰ, ਕਾਜੀ ਉਲ ਕਜਾਤ, ਬਰੀਦ ਏ ਮਮਾਲਿਕ। ਤਾਂ ਦੱਸੋ ਜੀ, ਕੀ ਕਹਿ ਕੇ ਬੁਲਾਇਆ ਜਾਂਦਾ ਸੀ? ਇੱਥੇ ਸਟੂਡੈਂਟਸ ਆਪਣੇ ਕੋਲੇ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਇਹਨੂੰ ਦੀਵਾਨ ਏ ਅਰਜ ਵੀ ਕਹਿੰਦੇ ਸੀ ਜਾਂ ਅਰਜ ਏ ਮਮਾਲਿਕ ਵੀ ਕਹਿ ਕੇ ਬੁਲਾਇਆ ਜਾਂਦਾ ਸੀ, ਠੀਕ ਹੈ ਜੀ। ਔਰ ਜਿਹੜਾ ਸੀਗਾ ਸਦਰ ਉਸ ਸੁਦੂਰ, ਤਾਂ ਇਹ ਕੀ ਕੰਮ ਕਰਦਾ ਸੀਗਾ? ਜਿਹੜਾ ਧਰਮ ਦਾ ਭਾਗ ਸੀਗਾ, ਯਾਨੀ ਕਿ ਰਿਲੀਜੀਅਸ ਡਿਪਾਰਟਮੈਂਟ ਸੀ, ਤੇ ਜਿਹੜਾ ਦਾਨ ਆਉਂਦਾ ਸੀ ਪੈਸਾ, ਉਸ ਦਾ ਕੀ ਸੀ? ਹਿਸਾਬ ਕਿਤਾਬ ਰੱਖਦਾ ਸੀ, ਠੀਕ ਹੈ ਜੀ। ਅੱਗੇ ਆਪਣੇ ਕੋਲੇ ਪਿਆ ਕਾਜੀ ਉਲ ਕਜਾਤ। ਇਹ ਹੁਣ ਕੀ ਕੰਮ ਕਰਦਾ ਸੀ? ਤਾਂ ਇਹ ਸੀਗਾ ਜਿਹੜਾ ਲੋਕਾਂ ਨੂੰ ਨਿਆਂ ਦੇਣਾ, ਉਹਦਾ ਸਰਵਉੱਚ ਅਧਿਕਾਰੀ ਹੁੰਦਾ ਸੀ ਦਿੱਲੀ ਸਲਤਨਤ ਦੇ ਕਾਲ ਦੇ ਵਿੱਚ। ਅੱਗੇ ਸਟੂਡੈਂਟਸ ਆਪਣੇ ਕੋਲੇ ਪਿਆ ਬਰੀਦ ਏ ਮਮਾਲਿਕ। ਤਾਂ ਇਹ ਕੀ ਸੀਗਾ? ਖੂਫੀਆ ਵਿਭਾਗ ਜਾਂ ਗੁਪਤ ਵਿਭਾਗ ਦਾ ਮੁਖੀ ਸੀ। ਖੂਫੀਆ ਜਿਹੜੇ CID ਦਿੰਦੇ ਸੀ ਸੁਲਤਾਨ ਨੂੰ ਜਾ ਕੇ ਡਾਇਰੈਕਟ, ਕਿ ਇੱਥੇ ਜਿਹੜਾ ਗਲਤ ਹੋ ਰਿਹਾ ਜਾਂ ਆ ਜਿਹੜਾ ਵਿਅਕਤੀ ਪ੍ਰਜਾ ਨਾਲ ਜਿਹੜਾ ਧੱਕਾ ਕਰ ਰਿਹਾ। ਅੱਗੇ ਜੀ, ਪੈਨਸ਼ਨ ਵਿਭਾਗ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਵਕੀਲ ਏ ਦਰ, ਦੀਵਾਨ ਏ ਖੈਰਾਤ, ਦੀਵਾਨ ਏ ਬੰਦਗਾਨ, ਦੀਵਾਨ ਏ ਇਤਿਹਾਸਿਕ। ਤਾਂ ਦੇਖੋ ਜੀ, ਪੈਨਸ਼ਨ ਵਿਭਾਗ ਦਾ ਮੁਖੀ ਹੁੰਦਾ ਸੀ ਦੀਵਾਨ ਏ ਇਤਿਹਾਸਿਕ। ਦੀਵਾਨ ਏ ਇਤਿਹਾਸਿਕ ਸਪੈਲਿੰਗ ਮਿਸਟੇਕ ਲੱਗ ਰਹੇ ਨੇ, ਇੱਥੇ ਆਣਾ ਸੀਗਾ ਜੀ ਆਪਣੇ ਕੋਲੇ ਇਸਤਹਾਕ ਆਣਾ ਸੀ, ਠੀਕ ਹੈ ਜੀ। ਪੈਨਸ਼ਨ ਵਿਭਾਗ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਇਸਤਹਾਕ ਕਿਹਾ ਜਾਂਦਾ ਸੀ, ਠੀਕ ਹੈ। ਪਰ ਹੁਣ ਆਪਾਂ ਆਪਸ਼ਨਾਂ ਪੜ੍ਹ ਲਈਏ। ਵਕੀਲ ਏ ਦਰ, ਇਹ ਕੀ ਕਰਦਾ ਹੁੰਦਾ ਸੀ? ਜਿਹੜੀਆਂ ਸੁਲਤਾਨ ਦੀਆਂ ਨਿੱਜੀ ਸੇਵਾਵਾਂ ਨੇ, ਜਿਵੇਂ ਉਹਦੇ ਕੱਪੜੇ ਉਹਨੂੰ ਦੇਣੇ, ਜਾਂ ਉਹਦੇ ਕੱਪੜਿਆਂ ਦਾ ਡਿਜ਼ਾਈਨ ਤਿਆਰ ਕਰਨਾ, ਜਾਂ ਉਹਦੇ ਖਾਣ ਪੀਣ ਦਾ ਪ੍ਰਬੰਧ ਕਰਨਾ, ਠੀਕ ਹੈ, ਤਾਂ ਉਹ ਸਾਰਾ ਕਿੰਨੇ ਕੋਲੇ ਹੁੰਦਾ ਸੀ? ਵਕੀਲ ਏ ਦਰ ਕੋਲੇ, ਜਿਹੜੀਆਂ ਸੁਲਤਾਨ ਦੀਆਂ ਨਿੱਜੀ ਲੋੜਾਂ ਨੂੰ ਪੂਰੀਆਂ ਕਰਦਾ ਸੀ। ਅੱਗੇ ਜੀ, ਦੀਵਾਨ ਏ ਖੈਰਾਤ। ਤਾਂ ਇਹਦਾ ਕੰਮ ਕੀ ਸੀਗਾ? ਇਹ ਸੀਗਾ ਜੀ ਦਾਨ ਵਿਭਾਗ। ਦੀਵਾਨ ਏ ਖੈਰਾਤ ਸੀ ਦੀਵਾਨ ਵਿਭਾਗ। ਔਰ ਬੰਦਗਾਨ ਬਾਰੇ ਆਪਾਂ ਪਹਿਲਾਂ ਵੀ ਪੜਿਆ ਹੋਇਆ, ਤਾਂ ਇਹ ਕੀ ਸੀਗਾ ਜੀ? ਦਾਸ ਵਿਭਾਗ ਸੀ, ਯਾਨੀ ਕਿ ਗੁਲਾਮਾਂ ਦਾ ਜਿਹੜਾ ਵਿਭਾਗ ਸੀ, ਜਿੱਥੇ ਗੁਲਾਮਾਂ ਨੂੰ ਰੱਖਿਆ ਜਾਂਦਾ ਸੀ। ਅੱਗੇ ਹੈ ਜੀ, ਦਿੱਲੀ ਸਲਤਨਤ ਦੇ ਰਾਜ ਨੂੰ ਕੌਣ ਸੰਚਾਲਿਤ ਕਰਦਾ ਸੀਗਾ? ਤਾਂ ਦੇਖੋ ਜੀ, ਦਿੱਲੀ ਸਲਤਨਤ ਦੇ ਰਾਜਾਂ ਨੂੰ
ਰਾਜਾਂ ਨੂੰ ਮਤਲਬ ਕਿ ਜਿਹੜੇ ਸੂਬੇ ਹੁੰਦੇ ਸੀ, ਠੀਕ ਹੈ, ਔਰ ਸੂਬਿਆਂ ਨੂੰ ਕੀ ਕਿਹਾ ਜਾਂਦਾ ਸੀ, ਤਾਂ ਸੂਬਿਆਂ ਨੂੰ ਇਤਕਾ ਵੀ ਕਹਿ ਕੇ ਬੁਲਾਇਆ ਜਾਂਦਾ ਸੀ। ਤਾਂ ਉਹਨਾਂ ਨੂੰ ਜਿਹੜਾ ਸੰਚਾਲਿਤ ਕੌਣ ਕਰਦਾ ਸੀ, ਇਹ ਪੁੱਛਿਆ ਆਪਾਂ ਨੂੰ। ਜਿਹੜਾ ਉਹਨਾਂ 'ਚ ਜਿਹੜਾ ਸ਼ਾਸਨ ਚੱਲਦਾ ਸੀ ਉਹ ਵਲੀ ਕਰਦਾ ਸੀ, ਮੁਕਤੀ ਕਰਦਾ ਸੀ, ਨਾਇਬ ਕਰਦਾ ਸੀ, ਜਾਂ ਇਹ ਸਾਰੇ ਕਰਦੇ ਸੀ? ਤਾਂ ਦੇਖੋ ਜੀ ਇਹ ਸਾਰੇ ਹੀ ਕਰਦੇ ਸੀ, ਵਲੀ, ਮੁਕਤੀ ਤੇ ਨਾਇਬ, ਠੀਕ ਹੈ ਜੀ। ਅੱਗੇ ਜੀ ਰਾਜਾਂ ਨੂੰ ਅੱਗੇ ਕਿਹੜੇ ਭਾਗਾਂ ਵਿੱਚ ਵੰਡ ਦਿੱਤਾ ਗਿਆ? ਦੇਖੋ ਜੀ ਰਾਜ ਸੀਗੇ ਜਿਹੜੇ, ਉਹਨਾਂ ਨੂੰ ਅੱਗੇ ਕਿਹੜੇ ਭਾਗਾਂ 'ਚ ਵੰਡਿਆ ਗਿਆ ਸੀ? ਤਹਿਸੀਲਾਂ 'ਚ, ਜ਼ਿਲ੍ਹਿਆਂ 'ਚ, ਬਲਾਕਾਂ 'ਚ ਜਾਂ ਹਲਕਿਆਂ 'ਚ? ਤਾਂ ਦੇਖੋ ਜ਼ਿਲ੍ਹਿਆਂ 'ਚ ਵੰਡਿਆ ਗਿਆ, ਜਿਸ ਨੂੰ ਕਿ ਸ਼ਿਕੋ ਕਹਿ ਕੇ ਵੀ ਬੁਲਾਇਆ ਜਾਂਦਾ ਸੀ, ਠੀਕ ਹੈ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 10 ਨੰਬਰ ਪ੍ਰਸ਼ਨ ਹੈ ਜੀ। ਗੈਰ ਮੁਸਲਮਾਨਾਂ ਤੋਂ ਜੋ ਕਰ ਲਿਆ ਜਾਂਦਾ ਸੀਗਾ, ਠੀਕ ਹੈ ਜੀ, ਉਸ ਨੂੰ ਕੀ ਕਿਹਾ ਜਾਂਦਾ ਸੀਗਾ? ਦੇਖੋ ਜੀ ਇੱਥੇ ਆਣਾ ਸੀ ਆਪਣੇ ਕੋਲੇ, ਗੈਰ ਮੁਸਲਮਾਨਾਂ ਤੋਂ ਜੋ ਧਾਰਮਿਕ ਕਰ ਲਿਆ ਜਾਂਦਾ ਸੀ, ਠੀਕ ਹੈ। ਧਾਰਮਿਕ ਯਾਦ ਰੱਖ ਲਿਓ, ਕਿਹੜਾ ਕਰ? ਧਾਰਮਿਕ ਕਰ। ਤਾਂ ਉਸ ਨੂੰ ਜਿਹੜਾ ਕੀ ਕਹਿ ਕੇ ਬੁਲਾਇਆ ਜਾਂਦਾ ਸੀ? ਖਰਾਜ, ਜ਼ਕਾਤ, ਜਜ਼ੀਆ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਜਿਹੜਾ ਤਾਂ ਧਾਰਮਿਕ ਕਰ ਗੈਰ ਮੁਸਲਮਾਨਾਂ ਕੋਲੋਂ ਵਸੂਲਿਆ ਜਾਂਦਾ ਸੀ ਉਸ ਨੂੰ ਜਜ਼ੀਆ ਬੋਲਦੇ ਸੀ, ਠੀਕ ਹੈ ਜੀ। ਔਰ ਖਰਾਜ ਕੀ ਸੀਗਾ? ਇਹ ਜਿਹੜਾ ਲਿਆ ਜਾਂਦਾ ਸੀ ਗੈਰ ਮੁਸਲਮਾਨਾਂ ਦੇ ਕੋਲੋਂ ਭੂਮੀ ਕਰ ਸੀਗਾ, ਠੀਕ ਹੈ ਜੀ, ਭੂਮੀ ਕਰ। ਭੂਮੀ ਤੋਂ ਭਾਵ ਕੀ? ਜ਼ਮੀਨ, ਜਿਹੜਾ ਕਿ ਫਸਲ ਦਾ ਕਰ ਹੁੰਦਾ। ਔਰ ਅੱਗੇ ਆਪਣੇ ਕੋਲੇ ਜ਼ਕਾਤ। ਤਾਂ ਜ਼ਕਾਤ ਕੀ ਸੀਗਾ? ਜਿਹੜੇ ਮੁਸਲਮਾਨ ਸੀਗੇ ਉਹਨਾਂ ਕੋਲੋਂ ਧਾਰਮਿਕ ਕਰ ਲੈਂਦੇ ਸੀ, ਮਤਲਬ ਕਿ ਜਿਹੜੇ ਮੁਸਲਿਮ ਸੀ, ਗੈਰ ਮੁਸਲਿਮ ਨਹੀਂ ਇੱਥੇ ਗੱਲ ਕਰ ਰਹੇ, ਮੁਸਲਮਾਨਾਂ ਦੇ ਕੋਲੋਂ ਧਾਰਮਿਕ ਕਰ ਲੈਂਦੇ ਸੀ ਸੰਪਤੀ ਦਾ, ਯਾਨੀ ਕਿ ਕਹਿ ਦਿੰਦੇ ਸੀ ਕਿ 40ਵਾਂ ਹਿੱਸਾ ਜਿਹੜਾ ਉਹ ਲੈ ਲੈਂਦੇ ਸੀ, ਠੀਕ ਹੈ ਜੀ। ਅੱਗੇ ਹੈ ਜੀ 1/5 ਹਿੱਸਾ, ਇੱਥੇ ਕਿੱਸਾ ਪਾਇਆ ਪਿਆ, ਹਿੱਸਾ ਜਿਸ ਉੱਪਰ ਸੁਲਤਾਨ ਦਾ ਅਧਿਕਾਰ ਸੀ ਉਸ ਨੂੰ ਕੀ ਕਿਹਾ ਜਾਂਦਾ ਸੀ? ਜ਼ਕਾਤ, ਜਜ਼ੀਆ ਜਾਂ ਖਮਸ। ਤਾਂ ਦੇਖੋ ਜੀ ਉਸ ਨੂੰ ਕਿਹਾ ਜਾਂਦਾ ਸੀ ਖਮਸ। ਸੀ ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਏਗੀ। ਤਾਂ ਬਾਕੀ ਦਾ ਜਿਹੜਾ 4/5 ਹੈ ਉਹ ਜਿਹੜੇ ਸੈਨਿਕ ਲੁੱਟ ਕੇ ਲੈ ਕੇ ਆਉਂਦੇ ਸੀਗੇ ਉਹਨਾਂ ਦੇ ਵਿੱਚ ਵੰਡ ਦਿੰਦਾ ਸੀਗਾ। ਔਰ ਨਾਲ ਹੀ ਫਿਰ ਇਹ ਉਲਟ ਹੋ ਗਿਆ, ਜਿਹੜਾ ਫਿਰੋਜ਼ ਤੁਗਲਕ ਸੀਗਾ ਉਹਨੇ ਕੀ ਕੀਤਾ? 4/5 ਹਿੱਸਾ ਆਪ ਰੱਖਣਾ ਸ਼ੁਰੂ ਕਰ ਦਿੱਤਾ ਫਿਰੋਜ਼ ਤੁਗਲਕ ਨੇ, ਇਹ ਵੀ ਯਾਦ ਰੱਖ ਲਿਓ। ਔਰ ਇਸ ਨੂੰ ਪੂਰਨ ਰੂਪ ਦੇ ਵਿੱਚ, ਮਤਲਬ ਕੋਈ ਹਿੱਸਾ ਨਾ ਲੈਣ ਵਾਲਾ ਸੁਲਤਾਨ ਕੌਣ ਸੀ? ਤਾਂ ਉਹ ਸੀਗਾ ਸਿਕੰਦਰ ਲੋਧੀ, ਉਹ ਕੋਈ ਹਿੱਸਾ ਨਹੀਂ ਸੀ ਲੈਂਦਾ, ਠੀਕ ਹੈ। ਖਮਸ ਦੇ ਵਿੱਚੋਂ ਕੋਈ ਹਿੱਸਾ ਨਹੀਂ ਸੀ ਲੈਂਦਾ। ਅੱਗੇ ਹੈ ਜੀ ਜ਼ਿਲ੍ਹੇ ਨੂੰ ਅੱਗੇ ਕਿਸ ਭਾਗਾਂ ਵਿੱਚ ਜਿਹੜਾ ਵੰਡਿਆ ਗਿਆ ਸੀ? ਤਾਲੁਕਾ, ਤਹਿਸੀਲ, ਪਰਗੰਨੇ ਤੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਜ਼ਿਲ੍ਹੇ ਨੂੰ ਵੰਡਿਆ ਗਿਆ ਸੀ ਪਰਗੰਨਿਆਂ ਦੇ ਵਿੱਚ, ਠੀਕ ਹੈ ਜੀ। ਸੀ ਆਪਸ਼ਨ ਜਿਹੜੀ ਇੱਥੇ ਬਿਲਕੁਲ ਆਪਣੇ ਕੋਲੇ ਸਹੀ ਹੋ ਜਾਏਗੀ। ਜ਼ਿਲ੍ਹੇ ਵੀ ਕਹਿ ਸਕਦੇ ਆ, ਸ਼ਿਕੋ ਵੀ ਕਹਿ ਸਕਦੇ ਹੋ। ਅੱਗੇ ਜੀ 100 ਪਿੰਡਾਂ ਦੀ ਦੇਖਰੇਖ ਕਰਨ ਵਾਲੇ ਅਧਿਕਾਰੀ ਨੂੰ ਕੀ ਕਿਹਾ ਜਾਂਦਾ ਸੀ? 100 ਪਿੰਡਾਂ ਦੀ ਜਿਹੜੀ ਦੇਖਰੇਖ ਕਰਦਾ ਸੀ, ਉਸਦੇ ਸ਼ਾਸਨ ਦੀ ਦੇਖਰੇਖ ਕਰਦਾ ਸੀ। ਗ੍ਰਾਮ, ਅਮੀਰ ਏ ਸਦਾ ਜਾਂ ਖਾਸ ਖੇਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਉਹਨੂੰ ਕਿਹਾ ਜਾਂਦਾ ਸੀ ਅਮੀਰ ਏ ਸਦਾ। ਔਰ ਗ੍ਰਾਮ ਕੀ ਸੀ? ਇਹ ਸੀਗਾ ਜੀ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ, ਛੋਟੀ ਇਕਾਈ ਜਾਂ ਆਪਾਂ ਕਹਿ ਸਕਦੇ ਹਾਂ ਛੋਟਾ ਪਿੰਡ, ਠੀਕ ਹੈ ਜੀ। ਔਰ ਖਾਸ ਖੇਲ ਕੀ ਸੀਗਾ? ਜਿਹੜੀ ਸੁਲਤਾਨ ਦੀ ਪੱਕੀ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਪਰਮਾਨੈਂਟ, ਸਥਾਈ ਸੈਨਾ ਨੂੰ ਕਹਿੰਦੇ ਸੀ, ਅਸਥਾਈ ਨਹੀਂ, ਸਥਾਈ ਸੈਨਾ, ਇਹ ਯਾਦ ਰੱਖ ਲੈਣਾ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ ਜੀ। 10 ਅਸ਼ਵਰੋਹੀਆਂ ਯਾਨੀ ਕਿ ਘੋੜਸਵਾਰਾਂ ਦੇ ਸਿਰ ਉੱਪਰ ਤਾਜ, ਇੱਥੇ ਆਣਾ ਸੀ ਰਾਜ ਕਰਨ ਵਾਲਾ, ਉਹਨੂੰ ਕੀ ਕਹਿ ਕੇ ਬੁਲਾਉਂਦੇ ਸੀਗੇ? ਸਰ ਇਹ ਖੇਲ, ਸ਼ਿਪਾ ਸਲਾਰ ਜਾਂ ਅਮੀਰ ਜਾਂ ਮਲਿਕ। ਤਾਂ ਦੇਖੋ ਜੀ ਜਿਹੜੇ 10 ਅਸ਼ਵਰੋਹੀ ਹੁੰਦੇ ਸੀ ਉਹਨਾਂ ਦਾ ਹੈੱਡ ਹੁੰਦਾ ਸੀ ਇੱਕ ਸਰ ਇਹ ਖੇਲ, ਔਰ 10 ਸਰ ਇਹ ਖੇਲ ਦਾ ਹੈੱਡ ਹੁੰਦਾ ਸੀ ਇੱਕ ਸ਼ਿਪਾ ਸਲਾਰ, ਔਰ 10 ਸ਼ਿਪਾ ਸਲਾਰ ਦਾ ਹੈੱਡ ਹੁੰਦਾ ਸੀ ਇੱਕ ਅਮੀਰ, ਔਰ 10 ਅਮੀਰਾਂ ਦੇ ਉੱਪਰ ਕੌਣ ਹੁੰਦਾ ਸੀ? ਮਲਿਕ। ਤਾਂ 10 ਮਲਿਕਾਂ ਦੇ ਉੱਪਰ ਕੌਣ ਹੁੰਦਾ ਸੀ? ਇੱਕ ਤਾਂ ਹੁੰਦਾ ਸੀ ਜੀ ਖਾਨ। ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ। ਅੱਗੇ ਹੈ ਜੀ 15 ਨੰਬਰ ਪ੍ਰਸ਼ਨ ਹੈ। ਦਿੱਲੀ ਸਲਤਨਤ ਵਿੱਚ ਬਰੂਦ ਦੀ ਸਹਾਇਤਾ ਨਾਲ ਗੋਲਾ ਸੁੱਟਣ ਵਾਲੀ ਮਸ਼ੀਨ ਨੂੰ ਕੀ ਕਿਹਾ ਜਾਂਦਾ ਸੀ? ਦੱਸੋ ਜੀ ਜਿਹੜੀ ਬਰੂਦ ਦੀ ਸਹਾਇਤਾ ਨਾਲ ਗੋਲਾ ਸੁੱਟਦੇ ਸੀਗੇ ਤਾਂ ਉਹਨੂੰ ਕੀ ਕਹਿੰਦੇ ਸੀਗੇ? ਤੋਪਚੀ ਕਹਿੰਦੇ ਸੀ, ਤੋਪਖਾਨਾ ਕਹਿੰਦੇ ਸੀ, ਮੰਗਲੀਕ ਕਹਿੰਦੇ ਸੀ, ਜਾਂ ਇਹਨਾਂ ਵਿੱਚੋਂ ਕੋਈ ਨਹੀਂ।
ਤਾਂ ਦੇਖੋ ਜੀ ਉਹਨੂੰ ਮੰਗਲੀਕ ਕਹਿੰਦੇ ਸੀਗੇ, ਔਰ ਨਾਲ ਹੀ ਯਾਦ ਰੱਖ ਲਓ ਇਸ ਨੂੰ ਅਰਾਧ ਵੀ ਕਹਿ ਕੇ ਬੁਲਾਉਂਦੇ ਸੀਗੇ। ਅਰਾਧ। ਅੱਗੇ ਹੈ ਜੀ ਇਕਤਾ ਪ੍ਰਥਾ ਦੀ ਸ਼ੁਰੂਆਤ ਜਿਹੜੀ ਕਿਸ ਨੇ ਕੀਤੀ ਸੀ? ਤਾਂ ਦੱਸੋ ਜੀ, ਇਕਤਾ ਪ੍ਰਥਾ ਦੀ ਸ਼ੁਰੂਆਤ ਕਿਸ ਨੇ ਕੀਤੀ? ਫਿਰੋਜ਼ ਸ਼ਾਹ ਤੁਗਲਕ, ਅਲਾਉਦੀਨ ਖਿਲਜੀ, ਇਬਰਾਹਿਮ ਲੋਧੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਇਹਦੀ ਸ਼ੁਰੂਆਤ ਹੈ ਜਿਹੜੀ ਉਹ ਪੁੱਛੀ ਆਪਾਂ ਨੂੰ। ਹੁਣ ਦੇਖ ਲਿਓ ਇਹਦੀ ਜਿਹੜੀ ਦੁਬਾਰਾ ਸ਼ੁਰੂਆਤ ਸੀ ਨਾ, ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 16 ਨੰਬਰ ਪ੍ਰਸ਼ਨ ਹੈ, ਇਕਤਾ ਪ੍ਰਥਾ ਦੀ ਜਿਹੜੀ ਸ਼ੁਰੂਆਤ ਹੈ ਉਹ ਕਿਸ ਨੇ ਕੀਤੀ ਸੀਗੀ? ਤਾਂ ਦੇਖੋ ਜੀ ਇੱਥੇ ਆਣਾ ਸੀ ਅੰਤ ਜਿਹੜਾ ਕਿਸ ਨੇ ਕੀਤਾ ਸੀ, ਯਾਨੀ ਕਿ ਸਮਾਪਤੀ ਜਿਹੜੀ ਕਿਸ ਨੇ ਕੀਤੀ ਸੀ? ਫਿਰੋਜ਼ ਸ਼ਾਹ ਤੁਗਲਕ, ਅਲਾਉਦੀਨ ਖਿਲਜੀ, ਇਬਰਾਹਿਮ ਲੋਧੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਅਲਾਉਦੀਨ ਖਿਲਜੀ ਨੇ ਇਹਨੂੰ ਬੰਦ ਕਰਤਾ ਸੀ, ਔਰ ਫਿਰੋਜ਼ ਸ਼ਾਹ ਤੁਗਲਕ ਸੀ ਜਿਹੜਾ ਇਸ ਨੇ ਜਿਹੜਾ ਇਸ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਸੀ। ਅੱਗੇ ਹੈ ਜੀ ਸਲਤਨਤ ਕਾਲ ਵਿੱਚ ਵਧੀਆ ਕਿਸਮ ਦੇ ਘੋੜੇ ਜਿਹੜੇ ਆ ਕਿੱਥੋਂ ਮੰਗਵਾਏ ਜਾਂਦੇ ਸੀ? ਤੁਰਕੀ, ਅਰਬ, ਰੂਸ ਜਾਂ ਉਪਰੋਕਤ ਸਾਰੇ। ਤਾਂ ਦੇਖੋ ਜੀ ਸਾਰੇ ਡੀ ਆਪਸ਼ਨ ਸਹੀ ਹੈ, ਇੱਥੋਂ ਮੰਗਵਾਏ ਜਾਂਦੇ ਸੀ। ਔਰ ਇੱਕ ਗੱਲ ਹੋਰ ਯਾਦ ਰੱਖ ਲਓ, ਜਿਹੜੇ ਹਾਥੀ ਹੈ ਉਹ ਜ਼ਿਆਦਾ ਬੰਗਾਲ ਚੋਂ ਮੰਗਾਏ ਜਾਂਦੇ ਸੀ। ਹਾਥੀ ਵੀ ਆ ਸਕਦਾ, ਤਾਂ ਉਹ ਕਿੱਥੋਂ ਮੰਗਵਾਉਂਦੇ ਸੀਗੇ? ਬੰਗਾਲ ਚੋਂ। ਅੱਗੇ ਹੈ ਜੀ 18 ਨੰਬਰ ਪ੍ਰਸ਼ਨ, ਸੁਲਤਾਨ ਹਫ਼ਤੇ ਵਿੱਚ ਨਿਆਂ ਕਰਨ ਲਈ ਕਿੰਨੀ ਵਾਰੀ ਜਿਹੜਾ ਦਰਬਾਰ ਵਿੱਚ ਆਉਂਦਾ ਸੀ? ਤਾਂ ਦੇਖੋ ਜੀ ਉਹ ਹਫ਼ਤੇ 'ਚ 2 ਵਾਰੀ ਆਉਂਦਾ ਸੀ ਨਿਆਂ ਕਰਨ ਦੇ ਵਾਸਤੇ। ਸਟੂਡੈਂਟਸ ਆਪਣੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ। 19 ਨੰਬਰ ਪ੍ਰਸ਼ਨ ਹੈ ਜੀ ਆਪਣੇ ਕੋਲੇ, ਦਿੱਲੀ ਸਲਤਨਤ ਕਾਲ ਵਿੱਚ ਦੇਵਲ ਇਲਾਕਾ ਕਿਸ ਲਈ ਮਸ਼ਹੂਰ ਸੀ? ਤਾਂ ਦੇਖੋ ਜੀ ਇਹ ਕਿਹਦੇ ਲਈ ਮਸ਼ਹੂਰ ਸੀ? ਘੋੜਸਵਾਰਾਂ ਲਈ, ਬੰਦਰਗਾਹ ਲਈ, ਦਰਬਾਰ ਲਈ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਆਪਣੇ ਕੋਲੇ ਬੰਦਰਗਾਹ ਸਹੀ ਹੋ ਜਾਏਗੀ, ਅੰਤਰਰਾਸ਼ਟਰੀ ਬੰਦਰਗਾਹ ਦੇ ਲਈ ਫੇਮਸ। ਅੱਗੇ ਹੈ ਜੀ ਮਸਹਾਹਤ ਦੀ ਸ਼ੁਰੂਆਤ ਜਿਹੜੀ ਕਿਸ ਨੇ ਕੀਤੀ? ਤਾਂ ਆਪਣੇ ਕੋਲੇ ਆਪਸ਼ਨਾਂ ਪਈਆਂ ਨੇ ਜੀ, ਅਲਾਉਦੀਨ ਖਿਲਜੀ, ਅਕਬਰ ਜਾਂ ਇੱਥੇ ਆਉਣਾ ਸੀ ਇਬਰਾਹਿਮ ਲੋਧੀ, ਇਬਰਾਹਿਮ ਲੋਧੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਅਲਾਉਦੀਨ ਖਿਲਜੀ ਸੀ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਜਿਸ ਨੇ ਕਿ ਇਸ ਦੀ ਸ਼ੁਰੂਆਤ ਕੀਤੀ ਸੀ। ਇਹ ਕੀ ਕੰਮ ਕੀ ਕਰਦੇ ਸੀਗੇ? ਭੂਮੀ ਦਾ ਜਿਹੜਾ ਨਾਪ ਲੈ ਲੈਂਦੇ ਸੀ, ਉਹਦੇ ਖੇਤਰਫਲ ਦੇ ਆਧਾਰ ਤੇ ਜਿਹੜਾ ਕਰ ਸੀ ਉਹ ਨਿਰਧਾਰਿਤ ਕਰਦੇ ਸੀ। ਠੀਕ ਹੈ, ਤਾਂ ਉਹਨੂੰ ਕੀ ਕਹਿੰਦੇ ਸੀਗੇ? ਉਹਨੂੰ ਕਹਿੰਦੇ ਸੀ ਜੀ ਮਸਹਾਹਤ। ਸੋ ਸਟੂਡੈਂਟਸ ਇਹ ਸੀ ਸਾਡਾ ਅੱਜ ਦਾ ਲਾਸਟ ਪ੍ਰਸ਼ਨ। ਸਟੂਡੈਂਟਸ ਤੁਹਾਨੂੰ ਸਾਡੀਆਂ ਜਿਹੜੀਆਂ ਵੀਡੀਓਜ਼ ਨੇ ਕਿੱਦਾਂ ਦੀਆਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਣਾ, ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਕਿ ਲੋੜਵੰਦ ਬੱਚੇ ਸਾਡੇ ਨਾਲ ਜੁੜ ਸਕਣ। ਸੋ ਸਟੂਡੈਂਟਸ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।